ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਸਾਰਿਆਂ ਨੇ ਛੁੱਟੀਆਂ ਵਿੱਚ ਖੂਬ ਮौज ਮਸਤੀ ਕੀਤੀ ਹੋਵੇਗੀ, ਖੂਬ ਆਰਾਮ ਵੀ ਹੋ ਗਿਆ। ਕੁਝ ਬੱਚਿਆਂ ਨੇ ਪੜ੍ਹਾਈ ਵੀ ਕੀਤੀ ਹੋਵੇਗੀ। ਆਰਾਮ ਕਰਨ ਤੋਂ ਬਾਅਦ, ਛੁੱਟੀਆਂ ਬਤੀਤ ਕਰਨ ਤੋਂ ਬਾਅਦ ਆਓ ਆਪਾਂ ਫਿਰ ਅੱਜ ਤੋਂ ਪੜ੍ਹਾਈ ਸ਼ੁਰੂ ਕਰੀਏ। ਅੱਜ ਆਪਾਂ ਪਾਠ ਪੁਸਤਕ ਸੰਦਲੀ ਪੈੜਾਂ ਵਿੱਚੋਂ ਪਾਠ 8 ਸਮੇਂ ਦਾ ਮੁੱਲ ਕਹਾਣੀ ਪੜ੍ਹਾਂਗੇ। ਇਹ ਕਹਾਣੀ ਜਸਵੀਰ ਕੌਰ ਭੁੱਲਰ ਦੀ ਲਿਖੀ ਹੋਈ ਹੈ। ਇਸ ਕਹਾਣੀ ਵਿੱਚ ਕਹਾਣੀਕਾਰ ਕੀ ਦੱਸ ਰਿਹਾ, ਆਪਾਂ ਨੂੰ ਸਮੇਂ ਦੀ ਕੀਮਤ ਬਾਰੇ ਦੱਸ ਰਿਹਾ। ਇਸ ਕਹਾਣੀ ਵਿੱਚ ਕਹਾਣੀਕਾਰ ਕੀ ਦੱਸ ਰਿਹਾ, ਸਮੇਂ ਦੀ ਕੀਮਤ ਬਾਰੇ। ਜਿਹੜਾ ਸਮਾਂ ਆਪਾਂ ਨੂੰ ਸਾਰਿਆਂ ਨੂੰ 24 ਘੰਟੇ ਦਾ ਬਰਾਬਰ ਮਿਲਿਆ ਹੋਇਆ, ਚਾਹੇ ਉਹ ਕੋਈ ਅਮੀਰ ਹੈ ਜਾਂ ਗਰੀਬ ਹੈ, ਚਾਹੇ ਵੱਡਾ ਹੈ ਜਾਂ ਛੋਟਾ ਜਾਂ ਬੁੱਢਾ ਜਾਂ ਜਵਾਨ ਹੈ, ਸਾਰਿਆਂ ਨੂੰ 24 ਘੰਟੇ ਦਾ ਸਮਾਂ ਆਪਾਂ ਨੂੰ ਬਰਾਬਰ ਮਿਲਿਆ ਹੋਇਆ ਹੈ। ਜਿਹੜਾ ਕੋਈ ਇਨਸਾਨ ਇਸ ਸਮੇਂ ਦੀ ਸੰਭਾਲ ਕਰ ਲੈਂਦਾ, ਉਹ ਆਪਣੀ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਦਾ ਹੈ। ਅਤੇ ਜਿਹੜਾ ਸਮਾਂ ਕੀ ਆ, ਉਹ ਘੋੜੇ ਵਾਂਗ ਭੱਜਿਆ ਜਾਂਦਾ ਹੈ। ਸਮੇਂ ਨੇ ਸਾਡੇ ਲਈ ਨਹੀਂ ਰੁਕਣਾ, ਸਾਨੂੰ ਸਮੇਂ ਦੇ ਨਾਲ ਚੱਲਣਾ ਪੈਂਦਾ ਹੈ। ਤੁਹਾਨੂੰ ਇੱਕ ਉਦਾਹਰਨ ਦਿੰਦੀ ਹਾਂ। ਜਿਵੇਂ ਤੁਹਾਨੂੰ ਸਕੂਲੋਂ ਹੋਮਵਰਕ ਮਿਲਿਆ ਹੈ, ਤੁਸੀਂ ਉਹ ਹੋਮਵਰਕ ਘਰ ਜਾ ਕੇ ਨਹੀਂ ਕੀਤਾ। ਕੱਲ੍ਹ ਤੁਹਾਨੂੰ ਫਿਰ ਹੋਮਵਰਕ ਮਿਲ ਗਿਆ, ਤੁਸੀਂ ਉਹ ਹੋਮਵਰਕ ਵੀ ਨਹੀਂ ਕੀਤਾ। ਤਾਂ ਤੁਹਾਡੇ ਕੋਲ ਕੰਮ ਕੀ ਆ, 2 ਦਿਨ ਦਾ ਇਕੱਠਾ ਹੋ ਗਿਆ। ਤੁਹਾਡੇ ਕੋਲ ਕੰਮ ਕੀ ਆ, 2 ਦਿਨ ਦਾ ਇਕੱਠਾ ਹੋ ਗਿਆ, ਪਰ ਸਮਾਂ ਤੁਹਾਡੇ ਲਈ ਨਹੀਂ ਰੁਕਿਆ। ਸਮਾਂ ਆਪਣੀ ਗਤੀ ਦੇ ਨਾਲ ਚੱਲਦਾ ਰਹਿੰਦਾ ਹੈ। 2 ਦਿਨ ਦਾ ਕੰਮ ਤੁਸੀਂ ਇਕੱਠਾ ਕਰ ਲਿਆ, 2 ਦਿਨ ਦਾ ਸਮਾਂ ਤਾਂ ਇਕੱਠਾ ਨਹੀਂ ਕੀਤਾ ਨਾ। ਸਮਾਂ ਲੰਘਦਾ ਗਿਆ, ਸਮਾਂ ਕੀ ਆਪਣੀ ਚਾਲ ਚੱਲਦਾ ਹੈ। ਸਾਨੂੰ ਸਮੇਂ ਦੇ ਨਾਲ ਚੱਲਣਾ ਪੈਂਦਾ ਹੈ। ਸੋ ਸਾਨੂੰ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ, ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੀਦਾ ਹੈ। ਅੱਜ ਅਸੀਂ ਇਸ ਕਹਾਣੀ ਬਾਰੇ ਪੜ੍ਹਾਂਗੇ। ਇੱਕ ਦਿਨ ਇੱਕ ਬਾਬਾ ਅਮੋਲਕ ਸਿੰਘ ਨੇ ਵੇਖਿਆ ਕਿ ਬਾਗ ਵਿੱਚ ਨਵੇਂ ਲੱਗੇ ਪੌਦਿਆਂ ਨੂੰ ਕੀੜਾ ਲੱਗ ਗਿਆ। ਬਾਬੇ ਨੇ ਕੀ ਦੇਖਿਆ ਕਿ ਬਾਗ ਵਿੱਚ ਜਿਹੜੇ ਨਵੇਂ ਪੌਦੇ ਲਾਏ ਹੋਏ ਸੀ, ਉਹਨਾਂ ਨੂੰ ਕੀੜਾ ਲੱਗ ਗਿਆ। ਬਾਬੇ ਨੇ ਉਹਨਾਂ ਨੂੰ ਕੀ ਕੀਤਾ, ਕੀੜੇ ਮਾਰ ਦਵਾਈ ਦਾ ਛਿੜਕਾਅ ਕੀਤਾ। ਬਾਬੇ ਨੇ ਪੌਦਿਆਂ ਨੂੰ ਕੀੜੇ ਤੋਂ ਬਚਾਉਣ ਲਈ ਕੀ ਕੀਤਾ, ਕੀੜੇ ਮਾਰ ਦਵਾਈ ਦਾ ਛਿੜਕਾਅ ਕੀਤਾ। ਅਤੇ ਬਾਬੇ ਨੇ ਦੇਖਿਆ ਕਿ ਠੇਕੇਦਾਰ ਉਸਦੇ ਬਾਗ ਵੱਲ ਆ ਰਿਹਾ ਹੈ। ਠੇਕੇਦਾਰ ਕੌਣ ਹੈ? ਠੇਕੇ 'ਤੇ ਕੰਮ ਕਰਨ ਵਾਲਾ। ਠੇਕੇਦਾਰ ਕੌਣ ਆ? ਠੇਕੇ 'ਤੇ ਕੰਮ ਕਰਨ ਵਾਲਾ ਉਹ ਆ ਰਿਹਾ ਸੀ। 3 ਦਿਨ ਪਹਿਲਾਂ ਵੀ ਉਹ ਬਾਗ ਵਿੱਚ ਬਾਬੇ ਦੇ ਕੋਲ ਆਇਆ ਸੀ। ਉਸਨੇ ਬਾਗ ਦਾ ਠੇਕਾ ਲੈਣਾ ਸੀ। ਬਾਗ ਦਾ ਠੇਕਾ ਲੈਣਾ ਸੀ। ਠੇਕੇਦਾਰ ਕੀ ਹੈ? ਠੇਕੇ 'ਤੇ ਕੰਮ ਕਰਨ ਵਾਲਾ। ਠੇਕਾ ਕੀ ਹੈਗਾ? ਉਸਨੇ ਕੀ ਕਰਨਾ ਸੀ? ਬਾਗ ਦਾ ਠੇਕਾ ਲੈਣਾ ਸੀ। ਠੇਕਾ ਕੀ ਹੈ? ਜ਼ਮੀਨ ਦੇ ਮਾਲਕ ਨੂੰ ਫਸਲ ਜਾਂ ਖੇਤੀ ਦੇ ਬਦਲੇ ਦਿੱਤੀ ਜਾਣ ਵਾਲੀ ਰਕਮ। ਠੇਕੇਦਾਰ ਹੁੰਦਾ ਕੰਮ ਕਰਨ ਵਾਲਾ। ਠੇਕਾ ਹੁੰਦਾ ਹੈ ਜੋ ਆਪਾਂ ਜ਼ਮੀਨ ਦੇ ਬਦਲੇ ਮਾਲਕ ਨੂੰ ਉਸਦੀ ਫਸਲ ਜਾਂ ਖੇਤੀ ਦੇ ਬਦਲੇ ਜੋ ਆਪਾਂ ਰਕਮ ਦੇਵਾਂਗੇ, ਉਹ ਕੀ ਹੈ? ਠੇਕਾ। ਬਾਗ ਵਿੱਚ ਉਸਨੇ ਦੇਖਿਆ ਹੋਇਆ ਸੀ, ਬਾਗ ਉਸਨੇ ਪਹਿਲਾਂ ਹੀ ਦੇਖਿਆ ਹੋਇਆ ਸੀ, ਕਿਉਂਕਿ 3 ਦਿਨ ਪਹਿਲਾਂ ਬਾਗ ਵਿੱਚ ਗੇੜਾ ਮਾਰਨ ਆਇਆ ਸੀ। ਹੁਣ ਬਾਬੇ ਦੇ ਕੀਮਤ ਦੱਸਣ ਨਾਲ ਸੌਦਾ ਹੋ ਜਾਣਾ ਸੀ। ਉਸਨੇ ਬਾਬੇ ਨੇ ਕੀਮਤ ਦੱਸਣੀ ਸੀ ਅਤੇ ਬਾਗ ਦਾ ਸੌਦਾ ਹੋ ਜਾਣਾ ਸੀ। ਠੇਕੇਦਾਰ ਨੇ ਦੂਰੋਂ ਹੀ ਬਾਬੇ ਨੂੰ ਦੁਆ ਸਲਾਮ ਕੀਤੀ। ਦੁਆ ਸਲਾਮ ਕੀਤੀ ਮੀਨਸ ਬਾਬੇ ਨੂੰ ਫਤਿਹ ਬੁਲਾਈ, ਨਮਸਕਾਰ ਕੀਤੀ, ਸਤਿ ਸ਼੍ਰੀ ਅਕਾਲ ਬੁਲਾਈ ਅਤੇ ਕਿਹਾ ਕਿ ਤੁਸੀਂ ਸਾਰਾ ਦਿਨ ਹਰ ਵੇਲੇ ਕੰਮ ਵਿੱਚ ਗਲਤਾਨ ਰਹਿੰਦੇ ਹੋ। ਗੁਲਤਾਨ ਮੀਨਸ ਕੰਮ ਵਿੱਚ ਰੁੱਝੇ ਹੋ। ਗੁਲਤਾਨ ਵਿੱਚ ਰੁੱਝੇ ਹੋਏ, ਤੁਸੀਂ ਸਾਰਾ ਦਿਨ ਕੰਮ ਵਿੱਚ ਰੁੱਝੇ ਹੋਏ ਰਹਿੰਦੇ ਹੋ, ਕਦੇ ਵੀ ਆਰਾਮ ਨਹੀਂ ਕਰਦੇ। ਤਾਂ ਉਹਨੇ ਕਿਹਾ ਕਿ ਤੁਸੀਂ ਆਰਾਮ ਕਰ ਲਿਆ ਕਰੋ। ਬਾਬੇ ਨੇ ਠੇਕੇਦਾਰ ਨੂੰ ਕਿਹਾ ਕਿ ਜ਼ਿੰਦਗੀ ਦਾ ਇੱਕ ਇੱਕ ਪਲ ਬਹੁਤ ਕੀਮਤੀ ਹੈ, ਇਸ ਨੂੰ ਐਵੇਂ ਨਹੀਂ ਗਵਾਉਣਾ ਚਾਹੀਦਾ। ਬਾਬੇ ਨੇ ਠੇਕੇਦਾਰ ਨੂੰ ਕਿਹਾ ਕਿ ਜਿਹੜੀ ਜ਼ਿੰਦਗੀ ਦਾ ਇੱਕ ਇੱਕ ਪਲ ਬਹੁਤ ਕੀਮਤੀ ਹੈ, ਇਸ ਨੂੰ ਐਵੇਂ ਤੁਰ ਫਿਰ ਕੇ ਇੱਧਰ ਉੱਧਰ ਨਹੀਂ ਗਵਾਉਣਾ ਚਾਹੀਦਾ। ਠੇਕੇਦਾਰ ਨੇ ਰੁੱਖਾਂ ਨੂੰ ਲੱਗੇ ਹੋਏ ਅੰਬਾਂ ਦਾ ਜਾਇਜ਼ਾ ਲਿਆ। ਜਾਇਜ਼ਾ ਵਿੱਚ ਜਾਂਚ ਪੜਤਾਲ ਕੀਤੀ ਕਿ ਕਿਹੋ ਜਿਹੇ ਫਲ ਨੇ, ਕਿੰਨੇ ਕੁ ਫਲ ਲੱਗੇ ਹੋਏ ਹਨ। ਉਸਨੇ ਘੁੰਮ ਫਿਰ ਕੇ ਅੰਬਾਂ ਦੇ ਬਾਗ ਦਾ ਜਾਇਜ਼ਾ ਲਿਆ, ਜਾਂਚ ਪੜਤਾਲ ਕੀਤੀ ਤਾਂ ਉਸਨੇ ਬੋਲਿਆ ਕਿ ਇਸ ਵਾਰ ਫਲ ਬਹੁਤ ਘੱਟ ਹੈ। ਗੱਲਾਂ ਕਰਦੇ ਕਰਦੇ ਠੇਕੇਦਾਰ ਨੇ ਬਾਬੇ ਨੂੰ ਪੁੱਛਿਆ ਕਿ ਕਿੰਨੇ ਵਿੱਚ ਸੌਦਾ ਕਰਨਾ ਹੈ। ਠੇਕੇਦਾਰ ਦੇ ਨਾਲ ਗੱਲਾਂ ਕਰੀ ਗਿਆ ਅਤੇ ਉਸਨੇ ਗੱਲਾਂ ਕਰਦੇ ਕਰਦੇ ਬਾਬੇ ਨੂੰ ਪੁੱਛਿਆ ਕਿ ਮੈਨੂੰ ਬਾਗ ਦਾ ਠੇਕਾ ਕਿੰਨੇ ਦਾ ਦੇਣਾ ਹੈ, ਸੌਦਾ ਕਰਨਾ ਹੈ, ਕਿੰਨੇ ਵਿੱਚ ਸੌਦਾ ਕਰਨਾ ਹੈ। ਬਾਬੇ ਨੇ ਇੱਕ ਵਾਰ ਫੈਸਲਾ ਕਰਦਿਆਂ 1500 ਰੁਪਏ ਕਿਹਾ। ਠੇਕੇਦਾਰ ਨੇ ਕਿਹਾ ਕਿ ਠੀਕ ਠੀਕ ਲਗਾਓ, ਠੀਕ ਠੀਕ ਦੱਸੋ। ਠੇਕੇਦਾਰ ਕੀ ਕਰ ਰਿਹਾ ਸੀ? ਠੇਕੇਦਾਰ ਗੱਲਾਂ ਕਰਦੇ ਕਰਦੇ ਬਾਬੇ ਦਾ ਸਮਾਂ ਖਰਾਬ ਕਰ ਰਿਹਾ ਸੀ। ਠੇਕੇਦਾਰ ਕੀ ਕਰਦਾ ਸੀ? ਗੱਲਾਂ ਕਰਦੇ ਕਰਦੇ ਬਾਬੇ ਦਾ ਸਮਾਂ ਖਰਾਬ ਕਰ ਰਿਹਾ ਸੀ। ਅਤੇ ਠੇਕੇਦਾਰ ਨੇ ਫਿਰ ਕਿਹਾ, ਸਹੀ ਦੱਸੋ ਕਿੰਨੇ ਵਿੱਚ ਸੌਦਾ ਕਰਨਾ ਹੈ, ਸਹੀ ਦੱਸੋ ਕਿੰਨੇ ਵਿੱਚ ਸੌਦਾ ਕਰਨਾ ਹੈ। ਬਾਬੇ ਨੇ ਕਿਹਾ 1600 ਰੁਪਏ। ਪਹਿਲਾਂ ਬਾਬੇ ਨੇ ਕਿਹਾ ਸੀ 1500 ਰੁਪਏ ਅਤੇ ਹੁਣ ਬਾਬੇ ਨੇ ਕਿਹਾ 1600 ਰੁਪਏ। ਠੇਕੇਦਾਰ ਨੇ ਕਿਹਾ ਹੁਣ ਤਾਂ ਤੁਸੀਂ 1500 ਰੁਪਏ ਕਹਿੰਦੇ ਸੀ ਅਤੇ ਬਾਬੇ ਨੇ ਕਿਹਾ ਕਿ ਮੈਂ ਤੁਹਾਨੂੰ ਬਾਗ ਦਾ ਠੇਕਾ 1500 ਰੁਪਏ ਵਿੱਚ ਹੀ ਦੇਣਾ ਸੀ, ਪਰ ਤੁਸੀਂ ਬਿਨਾਂ ਮਤਲਬ
ਬਹਿਸ ਕਰਕੇ ਮੇਰਾ ਸਮਾਂ ਖਰਾਬ ਕਰ ਰਹੇ ਹੋ। ਬਾਬੇ ਨੇ ਕਿਹਾ ਕਿ ਤੁਹਾਨੂੰ ਮੈਂ ਜਿਹੜਾ ਬਾਗ ਦਾ ਠੇਕਾ 1500 ਰੁਪਏ ਵਿੱਚ ਦੇਣਾ ਸੀ, ਪਰ ਤੁਸੀਂ ਬਿਨਾਂ ਮਤਲਬ ਤੋਂ ਬਹਿਸ ਕਰਕੇ ਮੇਰਾ ਸਮਾਂ ਬਰਬਾਦ ਕਰ ਰਹੇ ਹੋ। ਮੇਰੇ ਕੋਲ ਬਿਨਾਂ ਵਜ੍ਹਾ ਤੋਂ ਬੈਠ ਕੇ ਖੜੇ ਗੱਲਾਂ ਕਰ ਰਹੇ ਹੋ, ਮੇਰਾ ਸਮਾਂ ਖਰਾਬ ਕਰਦੇ ਹੋ ਅਤੇ ਮੇਰਾ ਕੰਮ ਵੀ ਛੁਡਾ ਰਹੇ ਹੋ। ਹੁਣ ਉਸਨੇ ਸਮੇਂ ਦਾ ਮੁੱਲ ਵੀ ਜੋੜ ਦਿੱਤਾ ਸੀ। ਦੇਖੋ, ਜਿਹੜਾ ਉਹ ਠੇਕੇਦਾਰ ਬਾਬੇ ਦਾ ਸਮਾਂ ਖਰਾਬ ਕਰ ਰਿਹਾ ਸੀ, ਉਸ ਦਾ ਕੰਮ ਛੁਡਵਾ ਰਿਹਾ ਸੀ, ਤਾਂ ਬਾਬੇ ਨੇ ਕੀ ਕੀਤਾ, ਠੇਕੇਦਾਰ ਨੂੰ ਸਮੇਂ ਦਾ ਮੁੱਲ ਜੋੜ ਕੇ ਉਸ ਬਾਗ ਦੀ ਕੀਮਤ ਦੱਸੀ ਕਿ ਹੁਣ ਮੈਂ ਇਸ ਬਾਗ ਨੂੰ ਇੰਨੇ ਰੁਪਏ ਵਿੱਚ ਠੇਕੇ 'ਤੇ ਦੇਣਾ ਹੈ। ਜਿਹੜਾ ਵਕਤ ਸਮਾਂ ਤੁਸੀਂ ਮੇਰਾ ਬਹਿਸ ਵਿੱਚ ਖਰਾਬ ਕੀਤਾ ਹੈ। ਠੇਕੇਦਾਰ ਬਾਬੇ ਦੇ ਅਸੂਲ ਨਿਯਮਾਂ ਨੂੰ ਜਾਣਦਾ ਸੀ। ਜਿਹੜਾ ਠੇਕੇਦਾਰ ਸੀ ਉਹ ਬਾਬੇ ਦੇ ਅਸੂਲਾਂ ਅਤੇ ਉਸਦੇ ਨਿਯਮਾਂ ਨੂੰ ਜਾਣਦਾ ਸੀ ਕਿ ਬਾਬੇ ਦੇ ਕੀ ਅਸੂਲ ਅਤੇ ਨਿਯਮ ਹਨ, ਕਿ ਬਾਬੇ ਦੇ ਕੀ ਅਸੂਲ ਅਤੇ ਨਿਯਮ ਹਨ। ਠੇਕੇਦਾਰ ਨੇ ਸੋਚਿਆ ਕਿ ਬਾਬਾ ਮੇਰੇ ਨਾਲ ਮਖੌਲ ਜਾਂ ਮਜ਼ਾਕ ਕਰ ਰਿਹਾ। ਠੇਕੇਦਾਰ ਨੇ ਸੋਚਿਆ ਕਿ ਪਹਿਲਾਂ ਮੈਨੂੰ 1500 ਰੁਪਏ ਕਹਿੰਦਾ ਸੀ, ਹੁਣ ਮੈਨੂੰ 1600 ਰੁਪਏ ਕਹਿ ਰਿਹਾ, ਮੇਰੇ ਨਾਲ ਕੀ ਕਰ ਰਿਹਾ, ਮਜ਼ਾਕ ਕਰ ਰਿਹਾ ਹੈ। ਠੇਕੇਦਾਰ ਨੇ ਫਿਰ ਕਿਹਾ, ਠੀਕ ਸੋਚ ਕੇ ਦੱਸੋ। ਉਸਨੇ ਦੁਬਾਰਾ ਫਿਰ ਉਸਨੂੰ ਕਿਹਾ ਕਿ ਬਾਬਾ ਜੀ ਠੀਕ ਮੁੱਲ ਦੱਸੋ ਤਾਂ ਜੋ ਮੈਂ ਬਾਗ ਦਾ ਠੇਕਾ ਲੈ ਲਵਾਂ। ਬਾਬੇ ਨੇ ਕਿਹਾ ਹੁਣ ਇਸ ਦੀ ਠੀਕ ਕੀਮਤ 1700 ਰੁਪਏ ਹੈ। ਤਾਂ ਬਾਬੇ ਨੇ ਕਿ ਉਸਨੂੰ ਕੀ ਕਿਹਾ, ਤੀਜੀ ਵਾਰ ਪਹਿਲਾਂ 1500 ਫਿਰ 1600, ਹੁਣ ਉਸਨੂੰ ਕਿਹਾ ਕਿ ਇਸ ਦੀ ਠੀਕ ਕੀਮਤ ਕਿੰਨੀ ਹੈ, 1700 ਰੁਪਏ ਹੈ। ਬਾਬੇ ਨੇ ਬਹੁਤ ਸੋਚ ਵਿਚਾਰ ਕੇ ਕਿਹਾ। ਠੇਕੇਦਾਰ ਸੋਚਾਂ ਵਿੱਚ ਪੈ ਗਿਆ ਕਿ 1 ਮਿੰਟ ਪਹਿਲਾਂ ਤਾਂ ਇਸ ਦੀ ਕੀਮਤ 1600 ਰੁਪਏ ਦੱਸੀ ਸੀ। ਪਹਿਲਾਂ ਕੀ ਦੱਸੀ ਸੀ ਉਸ ਦੀ ਕੀਮਤ 1500, ਫਿਰ 1600, ਫਿਰ 1700 'ਤੇ ਆ ਗਈ। 1 ਮਿੰਟ ਪਹਿਲਾਂ ਤਾਂ ਮੈਨੂੰ ਇਸ ਦੀ ਕੀਮਤ ਬਾਬੇ ਨੇ 1700 ਦੱਸੀ ਸੀ। ਬਾਬੇ ਨੇ ਕਿਹਾ ਉਦੋਂ ਕੀਮਤ ਉਸਨੇ ਕਿਹਾ ਕਿ 1 ਮਿੰਟ ਪਹਿਲਾਂ ਤਾਂ ਮੈਨੂੰ ਇਸ ਦੀ ਕੀਮਤ 1600 ਰੁਪਏ ਦੱਸੀ ਸੀ, ਹੁਣ ਮੈਨੂੰ ਇਸ ਦੀ ਕੀਮਤ 1700 ਦੱਸ ਰਿਹਾ ਹੈ। ਅਤੇ ਬਾਬੇ ਨੇ ਕਿਹਾ ਕਿ ਉਦੋਂ ਕੀਮਤ 1600 ਰੁਪਏ ਹੀ ਸੀ, ਪਰ ਹੁਣ ਇਸ ਦੀ ਕੀਮਤ 1700 ਰੁਪਏ ਹੈ। ਤੁਸੀਂ ਸੌਦਾ ਕਰਨ ਵਿੱਚ ਜਿੰਨੀ ਦੇਰੀ ਕਰੋਗੇ, ਜਿੰਨੀ ਸੌਦਾ ਕਰਨ ਵਿੱਚ ਦੇਰ ਲਗਾਵੋਗੇ, ਮੈਂ ਉਨਾ ਹੀ ਸਮੇਂ ਦਾ ਮੁੱਲ ਵੀ ਨਾਲ ਜੋੜੀ ਜਾਵਾਂਗਾ। ਜਿੰਨਾ ਤੁਸੀਂ ਸੌਦਾ ਕਰਨ ਵਿੱਚ ਦੇਰ ਲਗਾਓਗੇ, ਮੇਰਾ ਸਮਾਂ ਬਰਬਾਦ ਕਰੋਗੇ, ਮੈਂ ਆਪਣੇ ਜਿੰਨਾ ਮੇਰਾ ਸਮਾਂ ਤੁਸੀਂ ਖਰਾਬ ਕਰ ਰਹੇ ਹੋ, ਮੈਂ ਉਸ ਸਮੇਂ ਦੀ ਕੀਮਤ ਵੀ ਨਾਲ ਜੋੜੂੰਗਾ। ਬਾਬੇ ਨੇ ਕਿਹਾ ਉਦੋਂ ਕੀਮਤ ਕਿੰਨੀ ਕਹੀ ਸੀ, 1600। ਠੇਕੇਦਾਰ ਨੇ ਕਿਹਾ ਕਿ ਪਹਿਲਾਂ ਤੁਸੀਂ ਮੈਨੂੰ ਕੀਮਤ 1600 ਕਹੀ ਸੀ, ਹੁਣ ਤੁਸੀਂ ਮੈਨੂੰ ਕੀਮਤ 1700 ਕਹਿ ਰਹੇ ਹਾਂ। ਤਾਂ ਬਾਬੇ ਨੇ ਕਿਹਾ ਕਿ ਉਦੋਂ ਕੀਮਤ 1600 ਸੀ, ਪਰ ਹੁਣ ਇਸ ਦੀ ਕੀਮਤ ਕਿੰਨੀ ਹੈ, 1700। ਤੁਸੀਂ ਸੌਦਾ ਕਰਨ ਵਿੱਚ ਜਿੰਨੀ ਦੇਰੀ ਕਰੋਗੇ, ਮੈਂ ਉਨਾ ਹੀ ਇਸ ਦਾ ਮੁੱਲ ਵਧਾਈ ਜਾਵਾਂਗਾ। ਮੈਂ ਆਪਣੇ ਸਮੇਂ ਦਾ ਮੁੱਲ ਵੀ ਨਾਲ ਲਗਾਵਾਂਗਾ ਜੋ ਤੁਸੀਂ ਮੇਰਾ ਸਮਾਂ ਬਰਬਾਦ ਕਰ ਰਹੇ ਹੋ। ਹੁਣ ਠੇਕੇਦਾਰ ਨੂੰ ਬਾਬੇ ਦੀ ਗੱਲ ਸਮਝ ਆ ਗਈ। ਠੇਕੇਦਾਰ ਨੂੰ ਕਿ ਬਾਬੇ ਦੀ ਗੱਲ ਸਮਝ ਆ ਗਈ। ਉਸਨੇ ਜਲਦੀ ਰੁਪਏ ਗਿਣੇ ਅਤੇ ਬਾਬੇ ਨੂੰ ਫੜਾਉਂਦਿਆਂ ਕਿਹਾ ਕਿ ਤੁਸੀਂ ਇਹ ਨਾ ਸੋਚਿਓ ਕਿ ਮੈਂ ਮਿੰਟਾਂ ਵਿੱਚ ਹੀ 200 ਰੁਪਇਆ ਕਮਾ ਲਿਆ। ਉਸਨੇ ਜਲਦੀ ਪੈਸੇ ਗਿਣੇ ਅਤੇ ਬਾਬੇ ਨੂੰ ਫੜਾਉਂਦਿਆਂ ਕਿਹਾ ਕਿ ਤੁਸੀਂ ਇਹ ਨਾ ਸੋਚਣਾ ਕਿ ਮੈਂ ਮਿੰਟਾਂ ਵਿੱਚ 200 ਰੁਪਇਆ ਕਮਾ ਲਿਆ, ਕਿਉਂਕਿ ਪਹਿਲਾਂ ਉਸਨੇ ਕਿੰਨੇ 'ਚ ਕੀਤਾ ਸੀ, ਸੌਦਾ 1500 'ਚ। ਅਤੇ ਜਦੋਂ ਉਸਨੇ ਬਾਬੇ ਨੇ ਉਹਦਾ ਸਮਾਂ, ਠੇਕੇਦਾਰ ਨੇ ਬਾਬੇ ਦਾ ਸਮਾਂ ਬਰਬਾਦ ਕੀਤਾ, ਤਾਂ ਬਾਬੇ ਨੇ ਆਪਣੇ ਸਮੇਂ ਦੀ ਕੀਮਤ ਵੀ ਉਹਦੇ ਨਾਲ ਜੋੜ ਦਿੱਤੀ। ਤਾਂ ਹੁਣ ਠੇਕੇਦਾਰ ਬਾਬੇ ਨੂੰ ਕਹਿੰਦਾ ਕਿ ਤੁਸੀਂ ਇਹ ਨਹੀਂ ਸੋਚਣਾ ਕਿ ਮੈਂ ਮਿੰਟਾਂ ਵਿੱਚ ਹੀ 200 ਰੁਪਏ ਕਮਾ ਰਹੀ ਹਾਂ। 200 ਰੁਪਏ ਦੇ ਬਦਲੇ, ਕਹਿੰਦਾ 200 ਰੁਪਏ ਦੇਣ ਦੇ ਬਦਲੇ ਜਿਹੜੇ ਤੁਹਾਡੇ ਕੋਲੋਂ ਮੈਂ ਬਹੁਤ ਹੀ ਕੀਮਤੀ ਚੀਜ਼ ਸਿੱਖੀ ਆ, ਉਸ ਦਾ ਅੰਦਾਜ਼ਾ ਕੋਈ ਵੀ ਨਹੀਂ ਲਗਾ ਸਕਦਾ, ਉਸ ਦਾ ਅਨੁਮਾਨ ਕਹਿੰਦਾ ਕੋਈ ਵੀ ਨਹੀਂ ਲਗਾ ਸਕਦਾ। 200 ਰੁਪਏ ਦੇ ਬਦਲੇ ਜਿਹੜੀ ਮੈਂ ਅਟਲ ਸਚਾਈ ਨਾਲ ਜਾ ਰਿਹਾ ਹਾਂ, ਉਸ ਦੀ ਕੀਮਤ 200 ਰੁਪਏ ਤੋਂ ਕਿਤੇ ਜ਼ਿਆਦਾ ਹੈ। ਕੀਮਤ ਕਿਵੇਂ ਜ਼ਿਆਦਾ ਹੈ? ਠੇਕੇਦਾਰ ਨੂੰ ਪਤਾ ਲੱਗ ਗਿਆ ਕਿ ਸਾਨੂੰ ਸਮਾਂ ਵਿਅਰਥ ਨਹੀਂ ਗਵਾਉਣਾ ਚਾਹੀਦਾ, ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ, ਸਾਨੂੰ ਸਮੇਂ ਦੇ ਨਾਲ ਚੱਲਣਾ ਚਾਹੀਦਾ। ਠੇਕੇਦਾਰ ਬਾਬੇ ਦੇ ਜੋ ਨਿਯਮ ਸੀ, ਅਸੂਲ ਸੀ, ਉਹਨਾਂ ਨੂੰ ਸਮਝ ਗਿਆ ਸੀ। ਕੀਮਤ ਕਿਵੇਂ ਜ਼ਿਆਦਾ ਸਮਝੀ ਉਸਨੇ ਕਿ ਠੇਕੇਦਾਰ ਨੂੰ ਪਤਾ ਲੱਗ ਗਿਆ ਸੀ ਕਿ ਸਾਨੂੰ ਸਮੇਂ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ, ਹਰ ਕੰਮ ਨੂੰ ਸਮੇਂ ਸਿਰ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਠੇਕੇਦਾਰ ਨੇ ਬਾਬੇ ਨੂੰ ਕਿਹਾ ਤੁਹਾਡੀ ਗੱਲ ਮੰਨਣ ਨਾਲ ਮੈਂ ਸਫਲ ਅਤੇ ਕਿੰਨਾ ਅਮੀਰ ਬਣ ਜਾਵਾਂਗਾ, ਇਸ ਦਾ ਅਨੁਮਾਨ ਸ਼ਾਇਦ ਹੀ ਕੋਈ ਲਗਾ ਸਕਦਾ ਹੈ। ਤਾਂ ਹੁਣ ਠੇਕੇਦਾਰ ਨੇ ਬਾਬੇ ਨੂੰ ਕਿਹਾ ਮੈਂ ਤੁਹਾਡੀ ਗੱਲ ਮੰਨਣ ਨਾਲ ਕਿੰਨਾ ਅਮੀਰ ਬਣ ਜਾਵਾਂਗਾ, ਇਸ ਦਾ ਅਨੁਮਾਨ ਸ਼ਾਇਦ ਹੀ ਕੋਈ ਲਗਾ ਸਕੇ। ਠੇਕੇਦਾਰ ਇਹ ਕਹਿ ਕੇ ਬਾਬੇ ਕੋਲੋਂ ਚਲਾ ਗਿਆ। ਬਾਬੇ ਨੇ ਉਸਨੂੰ ਪਿੱਛੋਂ ਆਵਾਜ਼ ਮਾਰੀ ਅਤੇ ਕਿਹਾ ਠੇਕੇਦਾਰ ਜੀ, ਤੁਹਾਨੂੰ ਮੇਰੀ ਗੱਲ ਸਮਝ ਆ ਗਈ ਹੈ? ਜੇ ਤੁਹਾਨੂੰ ਮੇਰੀ ਗੱਲ ਸਮਝ ਲੱਗ ਗਈ ਹੈ ਤਾਂ 200 ਰੁਪਏ ਮੈਂ ਆਪਣੇ ਵਾਪਸ ਲੈਂਦੇ ਜਾਵੋ। ਮੈਨੂੰ ਆਪਣੇ ਸਮੇਂ ਦਾ ਮੁੱਲ ਮਿਲ ਗਿਆ ਹੈ। ਬਾਬੇ ਨੇ ਉਸਨੂੰ ਕਿਹਾ ਕਿ ਆਪਣੇ 200 ਰੁਪਏ ਲੈ ਜਾ, ਮੈਨੂੰ ਸਮੇਂ ਦਾ ਮੁੱਲ ਮਿਲ ਗਿਆ। ਸਮੇਂ ਦਾ ਮੁੱਲ ਮਿਲਣ ਤੋਂ ਭਾਵ ਕਿ ਬਾਬੇ ਦਾ ਕਿ ਠੇਕੇਦਾਰ ਨੂੰ ਉਸਦੇ ਨਿਯਮ ਅਸੂਲ ਸਮਝ ਆ ਕੇ ਸਾਨੂੰ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ, ਸਮਾਂ ਵਿਅਰਥ ਨਹੀਂ ਗਵਾਉਣਾ ਚਾਹੀਦਾ, ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਅਤੇ ਉਸਨੂੰ ਕਿਵੇਂ ਮਿਲ ਗਿਆ ਉਸਨੂੰ?
ਕਿ ਠੇਕੇਦਾਰ ਨੂੰ ਸਮੇਂ ਦੀ ਕਦਰ ਕਰਨ ਅਤੇ ਸਮੇਂ ਦੇ ਨਾਲ ਤੁਰਨ ਦਾ ਪਤਾ ਲੱਗ ਗਿਆ ਅਤੇ ਸਮੇਂ ਸਿਰ ਕੰਮ ਕਰਨ ਦੀ ਆਦਤ ਉਸ ਨੂੰ ਪੈ ਗਈ। ਸਾਨੂੰ ਇਸ ਪਾਠ ਤੋਂ ਕੀ ਸਿੱਖਿਆ ਮਿਲਦੀ ਹੈ ਕਿ ਸਮਾਂ ਬੜਾ ਕੀਮਤੀ ਹੈ। ਇਸ ਸਮਾਂ ਬੜਾ ਕੀਮਤੀ ਹੈ, ਇਸ ਦੀ ਕਦਰ ਕਰਨੀ ਚਾਹੀਦੀ ਹੈ। ਇਸ ਨੂੰ ਸੰਭਾਲ ਕੇ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ। ਸਮੇਂ ਨੂੰ ਸੰਭਾਲ ਕੇ, ਸਮੇਂ ਦੀ ਸੰਭਾਲ ਕਰਕੇ ਸਾਨੂੰ ਚੰਗੇ ਕੰਮਾਂ ਵਿੱਚ ਸਮਾਂ ਲਗਾ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਇੱਕ ਵਾਰ ਹੱਥੋਂ ਨਿਕਲਿਆ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ। ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਹੈ। ਜੋ ਸਮਾਂ ਸਾਡੇ ਕੋਲੋਂ ਇੱਕ ਵਾਰ ਨਿਕਲ ਗਿਆ ਉਸਨੇ ਮੁੜ ਕੇ ਵਾਪਸ ਨਹੀਂ ਆਉਣਾ। ਸਮੇਂ ਨੇ ਸਾਡੇ ਲਈ ਰੁਕਣਾ ਨਹੀਂ, ਸਾਨੂੰ ਸਮੇਂ ਦੇ ਨਾਲ ਚੱਲਣਾ ਪੈਣਾ ਹੈ। ਸਾਨੂੰ ਸਮੇਂ ਦੇ ਨਾਲ ਚੱਲਣਾ ਚਾਹੀਦਾ ਹੈ। ਉਸ ਤੋਂ ਬਾਅਦ ਤੁਹਾਡੇ ਸ਼ਬਦ ਅਰਥ ਨੇ ਇਸ ਲੈਸਨ ਦੇ। ਸ਼ਬਦ ਅਰਥ ਦਾ ਫਸਟ ਸ਼ਬਦ ਅਰਥ ਹੈ ਆਪਣੇ ਕੋਲ ਅਨੁਪਾਤ ਜਾਂ ਅਨੁਸਾਰ ਸਹੀ ਮਾਤਰਾ। ਘੋਲ ਤਰਲ ਪਦਾਰਥ ਦਾ ਮਿਸ਼ਰਣ। ਠੇਕੇਦਾਰ ਠੇਕੇ 'ਤੇ ਕੰਮ ਕਰਨ ਵਾਲਾ। ਠੇਕਾ ਜ਼ਮੀਨ ਦੇ ਮਾਲਕ ਨੂੰ ਫਸਲ ਜਾਂ ਖੇਤੀ ਬਦਲੇ ਦਿੱਤੀ ਜਾਣ ਵਾਲੀ ਰਕਮ। ਦੁਆ ਸਲਾਮ ਕੀਤੀ, ਨਮਸਕਾਰ ਜਾਂ ਫਤਿਹ ਬੁਲਾਈ। ਗੁਲਤਾਨ ਰੁੱਝੇ, ਜਾਇਜ਼ਾ ਲੈਣਾ, ਜਾਂਚ ਪੜਤਾਲ ਜਾਂ ਜਾਂਚ ਪਰਖ ਕਰਨੀ। ਅਸੂਲਾਂ ਨਿਯਮਾਂ। ਮਖੌਲ ਮਜ਼ਾਕ, ਗੰਭੀਰਤਾ ਨਾਲ ਸੋਚ ਵਿਚਾਰ ਕੇ। ਅਟਲ ਨਾ ਟਾਲੀ ਜਾਣ ਵਾਲੀ। ਅਮਲ ਕਰਨਾ, ਮੰਨਣਾ, ਅੰਦਾਜ਼ਾ, ਅਨੁਮਾਨ। ਅੱਗੇ ਸੋਚੋ ਅਤੇ ਬੋਲੋ। ਕੁਐਸਚਨ ਤੁਸੀਂ ਇਹ ਸਾਰੇ ਆਪ ਕਰਨੇ ਨੇ। ਪਾਠ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਸੋਚੋ ਬੋਲੋ ਸਾਰੇ ਆਪ ਕਰਨੇ ਨੇ। ਵੱਡੇ ਕਿ ਛੋਟੇ ਪ੍ਰਸ਼ਨ ਸਾਰੇ ਬੇਟਾ ਤੁਸੀਂ ਆਪ ਕਰਨੇ ਨੇ, ਕਿਉਂਕਿ ਤੁਹਾਡੇ ਪੇਪਰ ਵਿੱਚ MCQ ਆਉਣੇ ਨੇ। ਅਤੇ ਦੂਸਰੇ ਜੋ ਵੀ ਲੈਸਨ ਦੇ ਵਿੱਚ ਤੁਸੀਂ ਪੜ੍ਹੋਗੇ ਉਹਦੇ ਆਨਸਰ ਤੁਸੀਂ ਖੁਦ ਕਰਨੇ ਨੇ। ਅੱਗੇ ਤੁਹਾਡੇ ਸਹੀ ਉੱਤਰ ਚੁਣਨੇ ਨੇ। ਇੱਕ ਤੁਹਾਨੂੰ ਕੁਐਸਚਨ ਦਿੱਤਾ, ਨਾਲ ਉਹਦੇ ਤਿੰਨ ਆਪਸ਼ਨ ਹੈ। ਜਿਵੇਂ ਫਸਟ ਹੈ, ਬਾਬੇ ਦੇ ਬਾਗ ਵਿੱਚ ਕਿਹੜਾ ਫਲ ਲੱਗਾ ਹੋਇਆ ਸੀ। ਕਿਹੜਾ ਫਲ ਲੱਗਿਆ ਸੀ ਲੈਸਨ 'ਚ ਪੜ੍ਹਿਆ, ਠੀਕ ਹੈ, ਅੰਬਾਂ ਦਾ ਫਲ ਲੱਗਿਆ ਹੋਇਆ ਸੀ। ਇਹ ਆਪਸ਼ਨਾਂ ਨੂੰ ਦੇਖ ਕੇ ਕਰਨੇ ਨੇ। ਉਸ ਤੋਂ ਬਾਅਦ ਤੁਹਾਡੇ ਵੱਡੇ ਪ੍ਰਸ਼ਨ ਉੱਤਰ ਪਾਠ ਨੂੰ ਪੜ੍ਹ ਕੇ ਵੱਡੇ ਪ੍ਰਸ਼ਨ ਉੱਤਰ ਵੀ ਲਿਖਣ ਦੀ ਕੋਸ਼ਿਸ਼ ਕਰਨੀ ਹੈ। ਖਾਲਿਸਤਾਨ ਉੱਪਰ ਆਪਸ਼ਨ ਦਿੱਤੇ ਹੋਏ ਨੇ, ਜਿਵੇਂ ਬਾਗ ਵਿੱਚ ਨਵੇਂ ਲਾਏ ਪੌਦਿਆਂ ਨੂੰ ਡੈਸ਼ ਲੱਗਾ ਹੋਇਆ ਸੀ। ਬਾਗ ਵਿੱਚ ਜਿਹੜੇ ਬਾਬੇ ਨਵੇਂ ਪੌਦੇ ਲਾਏ ਸੀ ਉਹਨਾਂ ਨੂੰ ਕੀ ਲੱਗ ਗਿਆ ਸੀ, ਕੀੜਾ ਲੱਗ ਗਿਆ ਸੀ। ਉਸ ਤੋਂ ਬਾਅਦ ਹੈ ਹੇਠਾਂ ਦਿੱਤੇ ਸ਼ਬਦਾਂ ਦੇ ਅਰਥ ਲਿਖਣੇ ਨੇ। ਸ਼ਬਦ ਉੱਤੇ ਉਹਨਾਂ ਦੇ ਤੁਸੀਂ ਅਰਥ ਲਿਖਣੇ ਨੇ। ਘੋਲ ਜਾਂ ਤਰਲ ਪਦਾਰਥ ਦਾ ਮਿਸ਼ਰਣ ਹੈ। ਇੱਦਾਂ ਹੀ ਠੇਕੇ ਦਾ ਮੀਨਿੰਗ ਕੀ ਹੋਊਗਾ। ਅਸੂਲ ਅਤੇ ਗਲਤਾਨ ਦਾ ਮੀਨਿੰਗ ਕੀ ਹੈ। ਫਿਰ ਹੈ ਤੁਹਾਡੇ ਕੋਲ ਭਾਸ਼ਾ ਵਿਕਾਸ। ਆਪਾਂ ਨੇ ਮੁਹਾਵਰੇ ਦਿੱਤੇ ਹੋਏ ਨੇ ਤੁਹਾਡੇ ਕੋਲ। ਮਿਲਾਨ ਕਰਨਾ ਮੁਹਾਵਰਿਆਂ ਦਾ। ਸਹੀ ਮੁਹਾਵਰੇ ਦੇ ਨਾਲ ਉਦਾਹਰਨ ਕਿਹੜਾ ਸਹੀ ਜੁੜਦਾ ਮੁਹਾਵਰਾ। ਜਿਵੇਂ ਇੱਕ ਟੁੱਕ ਜਵਾਬ ਦੇਣਾ ਦਾ ਕੀ ਹੋਊਗਾ, ਸਪਸ਼ਟ ਜਵਾਬ ਦੇਣਾ। ਕਿਸੇ ਗੱਲ ਨੂੰ ਟਾਲ ਮਟੋਲ ਨਾ ਕਰਨਾ, ਸਪਸ਼ਟ ਉਸੇ ਟਾਈਮ ਜਵਾਬ ਦੇ ਦੇਣਾ। ਉਸ ਤੋਂ ਬਾਅਦ ਹੈ ਤੁਹਾਡੇ ਹੇਠ ਦਿੱਤੇ ਵਾਕਾਂ ਨੂੰ ਵਚਨ ਬਦਲ ਕੇ ਦੁਬਾਰਾ ਲਿਖਣਾ। ਵਚਨ ਬਦਲੇ ਨੇ, ਜਿਵੇਂ ਪੌਦੇ ਨੂੰ ਕੀੜਾ ਲੱਗਿਆ ਹੋਇਆ ਸੀ। ਪੌਦਾ ਆਪਣੇ ਕੋਲ ਕੀ ਹੈ, ਇੱਕ ਹੈ, ਤਾਂ ਆਪਾਂ ਇੱਥੇ ਕੀ ਲਿਖਾਂਗੇ, ਪੌਦਿਆਂ ਨੂੰ ਕੀੜਾ ਲੱਗਾ ਹੋਇਆ ਸੀ। ਠੀਕ ਹੈ। ਲੈਸਨ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਬੇਟਾ ਉਹਦੇ ਚੰਗੀ ਤਰ੍ਹਾਂ ਸਾਰੇ ਕੁਐਸਚਨ ਲਿਖਣੇ ਨੇ। ਬੈਕ ਐਕਸਰਸਾਈਜ਼ ਧਿਆਨ ਨਾਲ ਕਰਨੀ ਹੈ ਅਤੇ ਹਰ ਲੈਸਨ ਨੂੰ ਧਿਆਨ ਨਾਲ ਪੜ੍ਹੋ। ਉਹਦੇ ਵਿੱਚੋਂ ਹਰ ਪੈਰੇ ਵਿੱਚੋਂ ਪੈਰੇ ਨੂੰ ਚੰਗੀ ਤਰ੍ਹਾਂ ਪੜ੍ਹੋ, ਕੁਐਸਚਨ ਅੰਡਰਲਾਈਨ ਕਰੋ। ਤੁਹਾਨੂੰ ਇਸ ਲੈਸਨ ਦੇ ਵਿੱਚੋਂ ਕੋਈ 15-20 ਕੁਐਸਚਨ ਲਿਖ ਕੇ ਦੇਵਾਂਗੇ। ਤੁਸੀਂ ਉਸ ਲੈਸਨ ਨੂੰ ਪੜ੍ਹ ਕੇ ਉਹਨਾਂ ਦੇ ਆਨਸਰ ਦੇਣੇ ਨੇ, ਉੱਤਰ ਲਿਖਣੇ।